ਬਾਅਦ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਪਹੁੰਚਣ ਤੇ ਸਾਡੇ ਨਾਲ ਦਿੱਲੀ ਤੋਂ ਸਾਡੇ ਇੰਚਾਰਜ ਯੂਥ ਕਾਂਗਰਸ ਦੇ ਅਜੇ ਚਿਕਾਰਾ ਜੀ ਔਰ ਸਾਡੇ ਯੂਥ ਕਾਂਗਰਸ ਦੇ ਅਹੁਦੇਦਾਰ ਸਾਹਿਬਾਨ ਸਭ ਇੱਥੇ ਬੈਠੇ ਆ। ਜਿਹੜੀ ਅੱਜ ਅਹਿਮ ਪ੍ਰੈਸ ਕਾਨਫਰੰਸ ਅਸੀਂ ਕਰਨ ਜਾ ਰਹੇ ਹਾਂ ਦੋ ਮੁੱਦਿਆਂ ਦੇ ਉੱਤੇ ਆ ਜਿਨ੍ਹਾਂ ਦੀ ਬੁਨਿਆਦ ਜਿਹੜੀ ਆ ਉਹ ਸਾਡੇ IYC ਵੱਲੋਂ ਜਿਹੜਾ ਮੇਨ ਇਸ਼ੂ ਆ ਜੌਬਸ ਨੂੰ ਲੈ ਕੇ ਐਮਪਲੋਇਮੈਂਟ ਨੂੰ ਲੈ ਕੇ ਔਰ ਜਿਹਦੇ ਕਰਕੇ ਇੱਕ ਬਹੁਤ ਵੱਡਾ ਪ੍ਰੋਗਰਾਮ ਬੈਂਗਲੌਰ ਵਿੱਚ ਵੀ ਹੋਣ ਜਾ ਰਿਹਾ 10 11 12 ਨੂੰ ਬਿਹਤਰ ਭਾਰਤ ਦੀ ਬੁਨਿਆਦ ਉਹਦੇ ਬਾਰੇ ਤੁਹਾਨੂੰ ਦੱਸਾਂਗੇ। ਲੇਕਿਨ ਜਿਹੜੀ ਪੰਜਾਬ ਸਰਕਾਰ ਦੀ ਮੇਨ ਕਾਰਗੁਜ਼ਾਰੀ ਬਾਰੇ ਗੱਲ ਕਰਨਾ ਚਾਹੁੰਦੇ ਆ। ਅੱਜ ਅਕਸਰ ਵੇਖਦੇ ਹਾਂ ਅਸੀਂ ਵਿਧਾਨ ਸਭਾ 'ਚ ਵੀ ਕਿਸੇ ਦੀ ਦਾੜੀ ਖੁੱਲ੍ਹੀ ਆ ਕਿਸੇ ਦੀ ਬੰਦ ਆ। ਇਹ ਮੁੱਦਿਆਂ ਦੇ ਉੱਤੇ ਵਿਧਾਨ ਸਭਾ 'ਚ ਚਰਚਾ ਹੁੰਦੀ ਆ। ਕੋਈ ਕਿਸੇ ਨੇ ਕਿੰਨੀ ਆਪਣਾ ਕੀ ਕਹਿੰਦੇ ਕਿਸੇ ਦੇ ਕਿੰਨੇ ਵਿਆਹ ਹੋਏ ਕਿਸੇ ਦੀ ਕਿੰਨੀ ਡਰਿੰਕ ਕੀਤੀ। ਇਹ ਮੁੱਦੇ ਆ ਜਿਹੜੇ ਮੇਰੇ ਹਿਸਾਬ ਨਾਲ ਪੰਜਾਬ ਦੇ ਡਿਸਕੋਰਸ ਨੂੰ ਡੋਮੀਨੇਟ ਕਰ ਰਹੇ ਆ। ਲੇਕਿਨ ਅਫਸੋਸ ਦੀ ਗੱਲ ਇਹ ਮੁੱਦਿਆਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਨਹੀਂ ਲੱਭਣਾ। ਪੰਜਾਬ ਦਾ ਨੌਜਵਾਨ ਨੌਕਰੀ ਲੱਭ ਰਿਹਾ ਔਰ ਉਹ ਨੌਕਰੀ ਤੋਂ ਇਲਾਵਾ ਪੰਜਾਬ ਦੇ ਨੌਜਵਾਨ ਇਸ ਚੀਜ਼ਾਂ 'ਚ ਇੰਟਰਸਟਿਡ ਨਹੀਂ ਆ ਵੀ ਕਿਸੇ ਦੀ ਕੀ ਉਹਦੀ ਪਰਸਨਲ ਲਾਈਫ ਆ ਜਾਂ ਕੀ ਉਹਦੇ ਪਰਸਨਲ ਜ਼ਿੰਦਗੀ 'ਚ ਉਹਦਾ ਤੌਰ ਤਰੀਕੇ ਆ। ਹਾਂ ਇੱਕ ਸ਼ਿਸ਼ਟਾਚਾਰ ਦੀ ਗੱਲ ਹੁੰਦੀ ਹੈ ਇੱਕ ਸੱਭਿਆਚਾਰ ਦੀ ਗੱਲ ਹੁੰਦੀ ਆ ਉਹ ਜ਼ਰੂਰ ਆ ਲੇਕਿਨ ਇਹ ਚੀਜ਼ਾਂ ਡੋਮੀਨੇਟ ਨਹੀਂ ਕਰਨੀਆਂ ਚਾਹੀਦੀਆਂ। ਔਰ ਸ਼ਾਇਦ ਭਗਵੰਤ ਮਾਨ ਨੇ ਕਿਉਂਕਿ ਇੱਕ ਮਜ਼ਾਕ ਕਰਨ ਦੀ ਉਹਨਾਂ ਦੀ ਆਦਤ ਆ ਸ਼ੁਰੂ ਤੋਂ ਇੱਕ ਪ੍ਰੋਫੈਸ਼ਨਲ ਸਟੇਜ ਆਰਟਿਸਟ ਰਹੇ ਆ ਉਹ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਇਸੇ ਚੀਜ਼ ਵਿੱਚ ਉਲਝਾ ਕੇ ਰੱਖ ਦਿੰਦੇ ਆ। ਸੋ ਮੈਂ ਮੁੱਦੇ 'ਤੇ ਆਉਂਦਾ ਹੋਇਆ ਇਹ ਪੰਜਾਬ ਸਰਕਾਰ ਦੀ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ 29,000 ਨੌਕਰੀਆਂ ਅਸੀਂ ਦਿੰਦੇ ਹਾਂ। ਕਰੋੜਾਂ ਦੇ ਇਸ਼ਤਿਹਾਰ ਲੱਗ ਗਏ ਆ। ਹਰ ਜਗ੍ਹਾ ਪੰਜਾਬ ਸਰਕਾਰ ਇਹ ਦਿੰਦੀ ਆ ਵੀ ਅਸੀਂ 29,000 ਨੌਕਰੀ ਦੇ ਦਿੱਤੀ। ਅਗਰ 29,000 ਨੌਕਰੀ ਦਿੱਤੀ ਸਾਨੂੰ ਵੀ ਆਪਾਂ ਐਜ਼ ਯੂਥ ਕਾਂਗਰਸ ਇਹ ਮਹਿਸੂਸ ਹੋਇਆ ਵੀ ਬੜਾ ਸ਼ਲਾਘਾਯੋਗ ਕੰਮ ਆ ਵੀ ਇੱਕ ਬੰਦਾ ਅਗਰ ਸਰਕਾਰੀ ਨੌਕਰੀ 29,000 ਦੇ ਰਿਹਾ ਤਾਂ ਉਹਦੀ ਸ਼ਲਾਘਾ ਕਰਨੀ ਚਾਹੀਦੀ। ਔਰ ਅਸੀਂ ਸੋਚਿਆ ਵੀ ਸੀਗਾ ਵੀ ਅਗਰ ਇਹ ਨੌਕਰੀ ਵਾਕਿਆ ਦਿੱਤੀ ਆ ਤਾਂ ਇਹਦੀ ਸ਼ਲਾਘਾ ਕਰਨੀ ਚਾਹੀਦੀ ਆ। ਲੇਕਿਨ ਫਿਰ ਅਸੀਂ RTIਆਂ ਪਾਈਆਂ ਵੀ ਇੱਕ ਵਾਰ ਕਿਉਂਕਿ ਇਹ ਸਰਕਾਰ ਦਾ ਟਰੈਕ ਰਿਕਾਰਡ ਇੱਕ ਜਿਹੜਾ ਹੈ ਉਹ ਝੂਠ ਬੋਲਣ ਦਾ ਟਰੈਕ ਰਿਕਾਰਡ ਹੈ। ਭਾਵੇਂ ਉਹ BMW ਪਲਾਂਟ ਦੀ ਗੱਲ ਹੋਵੇ ਭਾਵੇਂ ਉਹ ਗੋਲਡੀ ਬਰਾੜ ਦੀ ਗੱਲ ਹੋਵੇ ਭਾਵੇਂ ਉਹ ਕਿਸੇ ਦੂਜੇ ਸੂਬਿਆਂ ਜਾ ਕੇ ਇੱਥੋਂ ਦਾ ਝੂਠਾ ਪ੍ਰਚਾਰ ਕਰਨ ਦੀ ਗੱਲ ਹੋਵੇ। ਸੋ ਫਿਰ ਜਦੋਂ ਸਾਰੀਆਂ ਚੀਜ਼ਾਂ ਨੂੰ ਖੰਗਾਲਿਆ ਗਿਆ RTI ਦੇ ਵਿੱਚੋਂ ਇਨਫੋਰਮੇਸ਼ਨਾਂ ਮੰਗੀਆਂ ਗਈਆਂ ਨਹੀਂ ਮਿਲੀਆਂ ਅਖੀਰ ਵਿੱਚ ਵਿਧਾਨ ਸਭਾ ਦੇ ਵਿੱਚ ਸਵਾਲ ਪਾਉਣਾ ਪਿਆ ਜਿੱਥੋਂ ਬੜੇ ਹੈਰਾਨਜਨਕ ਔਰ ਮੈਂ ਇਹ ਕਹੂੰਗਾ ਵੀ ਇਸ ਸਰਕਾਰ ਦੀ ਜੋ ਅਸਲੀਅਤ ਆ ਉਹ ਸਾਹਮਣੇ ਆਉਂਦੀ ਹੈ। ਇਹ ਸਾਡਾ ਦਿੱਤਾ ਹੋਇਆ ਡਾਟਾ ਨਹੀਂ ਆ ਵਿਧਾਨ ਸਭਾ ਤੋਂ ਦਿੱਤਾ ਹੋਇਆ ਡਾਟਾ ਵਾ। ਕਿੰਨਾ ਝੂਠ ਬੋਲ ਸਕਦੀ ਹੈ ਇੱਕ ਸਰਕਾਰ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਕਰੋੜਾਂ ਦੇ ਇਸ਼ਤਿਹਾਰ 29,000 ਦੇ ਲਾਤੇ ਆ ਉਹਨਾਂ ਦੀ ਸਰਕਾਰ ਵੱਲੋਂ ਦਿੱਤਾ ਹੋਇਆ ਡਾਟਾ ਉਹਨਾਂ ਦੀ ਗੱਲਾਂ ਨੂੰ ਖਰੇਦ ਕੇ ਰੱਖ ਦਿੰਦਾ। ਅਸੀਂ ਇਹਨਾਂ ਤੋਂ ਸਵਾਲ ਪੁੱਛਿਆ ਵੀ ਜਦ ਤੋਂ ਤੁਹਾਡੀ ਸਰਕਾਰ ਆਈ ਆ ਇਹ ਸਵਾਲ ਸੀ ਵੀ 16 ਮਾਰਚ ਤੋਂ ਜਿਸ ਦਿਨ ਤੋਂ ਤੁਸੀਂ ਕਾਰਜਕਾਰ ਸਾਂਭਿਆ ਜਿੱਦਣ ਤੋਂ ਤੁਸੀਂ ਹਰਾ ਪੈਨ ਸਾਂਭਿਆ ਜਿਹੜਾ ਕਲਮ ਚੱਲੂਗੀ ਨੌਕਰੀਆਂ ਵਾਸਤੇ ਉਸ ਦਿਨ ਤੋਂ ਕਿੰਨੀਆਂ ਨੌਕਰੀਆਂ ਤੁਸੀਂ ਪੰਜਾਬ ਸਰਕਾਰ ਨੇ ਦਿੱਤੀਆਂ। ਇਹਨਾਂ ਨੇ ਇਹ ਦਿੱਤਾ ਵੀ ਇਸ ਵਿਭਾਗ ਵੱਲੋਂ 5/5/2022 ਨੂੰ ਪੰਜਾਬ ਰਾਜ ਦੇ 25 ਵਿਭਾਗਾਂ ਵਿੱਚ 26,454 ਆਮਦੀਆਂ ਦੀ ਸੰਯੁਕਤ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਹੈ। 5 ਮਈ ਨੂੰ ਇਹਨਾਂ ਨੇ ਕਿਹਾ ਸੀ 26,000 ਅਸੀਂ ਨੌਕਰੀਆਂ ਦੇਵਾਂਗੇ। ਪਹਿਲਾਂ ਤਾਂ ਇਹ ਝੂਠਾ ਵੀ 26,000 ਦਾ 29,000 ਕਰਤਾ ਉਹ 3,000 ਪਤਾ ਨਹੀਂ ਕਿੱਥੋਂ ਆਇਆ ਉਹ ਮੇਨ ਸਵਾਲ ਨਹੀਂ ਹੈ। 26,000 ਸਰਕਾਰ ਨੋਟੀਫਾਈ ਕਰ ਰਹੀ ਆ 3,000 ਪਤਾ ਨਹੀਂ ਕਿੱਥੋਂ ਆ ਰਿਹਾ ਉਹ ਵੀ ਮੰਨ ਲਿਆ ਚਲੋ ਕੁਝ ਅੱਗੇ ਪਿੱਛੇ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀ ਹੈਰਾਨੀਜਨਕ ਗੱਲ ਹੁੰਦੀ ਆ ਇਹ ਸਰਕਾਰ ਆਪ ਮੰਨਦੀ ਆ ਵੀ ਅਸੀਂ ਸਿਰਫ ਅੱਜ ਤੱਕ 13,000 ਟੈਸਟ ਕਰਾਇਆ ਜਿਹੜਾ ਸਰਕਾਰ ਵੱਲੋਂ ਕਰਾਇਆ ਹੋਇਆ ਟੈਸਟ ਆ ਜਿਹਦੇ ਵਿੱਚ ਪੇਪਰ ਲੀਕ ਵੀ ਹੋਏ ਪੇਪਰ ਕੈਂਸਲ ਵੀ ਹੋਏ ਔਰ ਕਈ ਐਗਜ਼ਾਮੀਨੇਸ਼ਨਾਂ ਰੱਦ ਵੀ ਕੀਤੀਆਂ ਗਈਆਂ। ਇੱਥੇ ਤੱਕ ਪਹਿਲਾ ਝੂਠ ਵੀ ਪਹਿਲੀ ਗੱਲ ਤਾਂ 26,000 ਤੁਸੀਂ ਜਦੋਂ
ਟੈਸਟ ਹੀ ਤੁਸੀਂ 13,000 ਕਰਾ ਰਹੇ ਹੋ, ਤੁਸੀਂ 26,000 ਕਿੱਥੋਂ ਕਹਿ ਰਹੇ ਹੋ? ਉਸ ਤੋਂ ਬਾਅਦ ਜਿਹੜੇ ਰੱਦ ਹੋਏ, ਕੈਂਸਲ ਹੋਏ, ਉਹ ਵੱਖਰੇ। ਲੇਕਿਨ ਉਸ ਤੋਂ ਵੀ ਜ਼ਿਆਦਾ ਜਿਹੜੀ ਸਭ ਤੋਂ ਹੈਰਾਨਜਨਕ ਗੱਲ ਆ, 5,478 ਅਸਾਮੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਹ ਸਰਕਾਰ ਦਾ ਡਾਟਾ ਵਾ, ਅਮਨ ਅਰੋੜਾ ਜੀ ਵੱਲੋਂ ਦਿੱਤਾ ਹੋਇਆ ਸਰਕਾਰ ਵੱਲੋਂ ਡਾਟਾ ਵਾ। ਸਿਰਫ 5,000 ਬੰਦਿਆਂ ਨੂੰ 5,478 ਬੰਦਿਆਂ ਨੂੰ ਤੁਸੀਂ ਨੌਕਰੀ ਦਿੱਤੀ ਆ। ਉਹਦੇ ਵਿੱਚ ਵੀ ਇੱਥੇ ਨਹੀਂ ਰੁਕਦੀ ਗੱਲ, ਇੰਨੀ ਝੂਠੀ ਆ, ਇੰਨੇ ਵੱਡੇ, ਮੈਂ ਇਹ ਕਹੂੰਗਾ ਵੀ ਮਤਲਬ ਲੋਕਾਂ ਨੂੰ ਧੋਖਾ ਕਰਨ ਵਾਲੀ ਸਰਕਾਰ ਆ। ਉਹਦੇ ਵਿੱਚੋਂ ਜਿਹੜੇ 4,588 ਬੰਦਿਆਂ ਨੂੰ ਤੁਸੀਂ ਜੁਆਇਨਿੰਗ ਲੈਟਰ ਦਿੰਦੇ ਹੋ, ਨਤੀਜਾ ਆਉਂਦਾ 5,000 ਦਾ, 5,478 ਦਾ। ਜੁਆਇਨਿੰਗ ਲੈਟਰ ਦਿੰਦੇ ਆ ਸਿਰਫ 4,588 ਦਾ। ਗੱਲ ਇੱਥੇ ਵੀ ਨਹੀਂ ਰੁਕਦੀ ਹਾਲੇ। ਇਹ 4,588 ਫਿਰ ਵੀ ਅਸੀਂ ਮੰਨ ਲਈਏ ਚਲੋ ਨੌਕਰੀ ਦਿੱਤੀ। ਇਹਦੇ ਵਿੱਚੋਂ ਜਦੋਂ ਅਸੀਂ ਇਹਨਾਂ ਦੀਆਂ ਚੰਗੀ ਤਰ੍ਹਾਂ ਡਾਟਾ ਮੰਗਿਆ ਸੀਗਾ ਵੀ ਕਿੰਨੀਆਂ ਤੁਸੀਂ ਪੋਸਟਾਂ ਐਡਵਰਟਾਈਜ਼ ਕੀਤੀਆਂ, ਕਿੰਨੀਆਂ ਤੁਸੀਂ ਪੋਸਟਾਂ ਕੱਢੀਆਂ, ਆ ਇਹਨਾਂ ਦੀ ਸਰਕਾਰ ਵੱਲੋਂ ਕਨਸਟੇਬਲਸ ਦਾ ਡਾਟਾ ਇਹਦੇ ਵਿੱਚ 4358। ਇਹ ਕਨਸਟੇਬਲਸ ਜਿਹੜੇ ਇਹਨਾਂ ਨੇ ਇਹਦੇ ਵਿੱਚ ਆਪਣਾ ਜੁਆਇਨਿੰਗ ਲੈਟਰ ਦੇ ਵਿੱਚ ਜੋੜਤੇ ਆ, ਇਹਨਾਂ ਦਾ ਪੇਪਰ ਵੀ ਸਰਕਾਰ, ਕਾਂਗਰਸ ਸਰਕਾਰ 'ਚ ਹੋਇਆ, ਨੋਟੀਫਿਕੇਸ਼ਨ ਵੀ ਕਾਂਗਰਸ ਸਰਕਾਰ ਦੀ ਸੀ, ਰਿਜ਼ਲਟ ਵੀ ਕਾਂਗਰਸ ਸਰਕਾਰ ਦੇ ਵਿੱਚ ਨਿਕਲਿਆ। ਸਿਰਫ ਕੋਡ ਆਫ ਕੰਡਕਟ ਕਰਕੇ ਜੁਆਇਨਿੰਗ ਲੈਟਰਾਂ ਜਿਹੜੀਆਂ ਅਸੀਂ ਨਹੀਂ ਦਿੱਤੀਆਂ ਗਈਆਂ। ਕੁੱਲ ਮਿਲਾ ਕੇ ਜਿਹੜੀਆਂ ਅਖੀਰ ਦੇ ਵਿੱਚ ਸਰਕਾਰ ਦੇ ਡਾਟੇ ਅਨੁਸਾਰ ਜਿਹੜੀਆਂ ਨੌਕਰੀਆਂ ਰਹਿ ਜਾਂਦੀਆਂ, ਆ 178 ਤੇ 52 ਮੈਡੀਕਲ ਸਿੱਖਿਆ ਤੇ ਖੋਜ ਦੇ ਜਿਹੜੇ ਇਹਨਾਂ ਦੇ ਪੇਪਰ ਕਰਾਏ ਗਏ, ਜਿਹੜੇ ਇਹਨਾਂ ਦੇ ਡਾਇਰੈਕਟ ਰਿਕਰੂਟਮੈਂਟ ਇਹਦਾ ਵੀ ਪੇਪਰ ਨਹੀਂ ਹੋਇਆ। 230 ਨੌਕਰੀਆਂ ਇਸ ਸਰਕਾਰ ਦੇ ਆਉਣ ਦੇ ਉੱਤੇ ਦਿੱਤੀਆਂ ਗਈਆਂ। ਸਿਰਫ ਇਹ ਫਿਗਰ ਆ 29,000 ਦਾ, ਜਿਹੜਾ ਇਹਨਾਂ ਦਾ ਸੱਚ ਆ, ਕਰੋੜਾਂ ਰੁਪਏ ਦੇ ਇਸ਼ਤਿਹਾਰ ਲਾ ਕੇ ਸਿਰਫ 200। ਔਰ ਇਹ ਸਾਡਾ ਦਿੱਤਾ ਹੋਇਆ ਡਾਟਾ ਨਹੀਂ, ਇਹ ਸਰਕਾਰ ਦਾ ਦਿੱਤਾ ਹੋਇਆ ਡਾਟਾ ਵਾ, ਜਿਹੜੀ ਮੰਨ ਰਹੀ ਆ ਵੀ ਅਸੀਂ ਸਿਰਫ 230 ਨੌਕਰੀਆਂ ਦਿੱਤੀਆਂ। ਫਿਰ 29,000 ਦੇ ਇਸ਼ਤਿਹਾਰ ਕਰੋੜਾਂ ਦੇ ਕਿਉਂ ਲੋਕਾਂ ਨਾਲ ਝੂਠ ਬੋਲਿਆ ਜਾ ਰਿਹਾ? ਕਿਉਂ ਭਗਵੰਤ ਮਾਨ ਇਹ ਚੀਜ਼ਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ? ਜਵਾਬ ਦੇਣ ਇਹਨਾਂ ਦੇ ਬੁਲਾਰੇ, ਕਿਉਂਕਿ ਭਗਵੰਤ ਮਾਨ ਸਾਹਿਬ ਅਕਸਰ ਆਲਤੂ ਫਾਲਤੂ ਗੱਲਾਂ ਦਾ ਜਵਾਬ ਦੇਣਗੇ। ਉਹਨਾਂ ਨੂੰ ਕੋਈ ਮਾੜਾ ਚੰਗਾ ਕਹਿ ਦੂਗਾ, ਉਹਦੇ ਬਾਰੇ ਬੋਲਣ ਲੱਗ ਪੈਣਗੇ। ਲੇਕਿਨ ਜਿਹੜੇ ਪੰਜਾਬ ਦਾ ਮੁੱਦਾ ਵਾ ਉਹਦੇ ਤੇ ਉਹ ਨਹੀਂ ਬੋਲਣਗੇ। ਨੌਕਰੀਆਂ ਦੇ ਮੁੱਦੇ ਦੇ ਉੱਤੇ 230 ਨੌਕਰੀਆਂ ਸਿਰਫ ਇਸ ਸਰਕਾਰ ਦੀਆਂ ਜਿਹੜੀਆਂ ਇਹਨਾਂ ਦਾ ਡਾਟਾ ਦਿੱਤਿਆ ਹੋਇਆ ਉਹ ਦਿੱਤੀਆਂ। ਫਿਰ ਮੈਨੂੰ ਦੱਸੋ 29,000 ਨੌਕਰੀਆਂ ਕਿਉਂ? ਪ੍ਰੈਸ ਵਾਲੇ ਵੀ ਅਫਸੋਸ ਦੀ ਗੱਲ ਆ ਵੀ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਬਾਹਰ ਨਹੀਂ ਆ ਰਹੀਆਂ, ਜਦੋਂ ਤੱਕ ਬਾਹਰ ਨਹੀਂ ਆਉਣਗੀਆਂ ਪ੍ਰੈਸ ਵੀ ਨਹੀਂ ਚਲਾਊਗੀ। ਕਿਉਂਕਿ ਸ਼ਾਇਦ ਸਾਡੇ ਜਿਹੜੇ ਮੰਤਰੀ ਸੀਗੇ ਜਾਂ ਜਿਹੜੇ ਸਾਡੇ ਲੋਕ ਸੀਗੇ ਜਿਨ੍ਹਾਂ ਦੇ ਉਸ ਟਾਈਮ ਦੇ ਵਿੱਚ ਨੋਟੀਫਾਈ ਵੀ ਕੀਤੀਆਂ ਸੀ, ਅੱਜ ਉਹ ਵੀ ਇਹ ਗੱਲਾਂ ਨੂੰ ਸ਼ਾਇਦ ਨਹੀਂ ਦੱਸ ਪਾ ਰਹੇ। ਸੋ ਅਖੀਰ ਦੇ ਵਿੱਚ ਮੈਂ ਇੰਨਾ ਕਹਿੰਦਾ, ਜਿਹੜੀਆਂ ਇਹ ਨੌਕਰੀਆਂ ਵਾ ਇਹ ਸ਼ਰੇਆਮ ਝੂਠ ਆ, ਸਾਡਾ ਦਿੱਤਾ ਹੋਇਆ ਡਾਟਾ ਨਹੀਂ। ਆ ਤੁਹਾਡੇ ਕੋਲ ਸਾਰਾ ਟੋਟਲ ਇਨਫੋਰਮੇਸ਼ਨ ਆ। ਇਹ RTI ਦੇ ਤਹਿਤ ਨਹੀਂ, ਵਿਧਾਨ ਸਭਾ ਦੇ ਕੁਐਸਚਨ ਤਹਿਤ ਆ। ਆ ਇਹਨਾਂ ਦੀਆਂ 26,000 ਜਿਹੜੀਆਂ ਨੌਕਰੀਆਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਦਿੱਤੀਆਂ ਵਾ। ਆ ਇਹਨਾਂ ਦੇ ਜਦੋਂ ਪੇਪਰ ਹੋਏ ਆ, ਕਦੋਂ ਪੇਪਰ ਹੋਏ ਆ, ਕਦੋਂ ਕਿਹੜਾ ਪੇਪਰ ਲਿੱਤਾ ਗਿਆ, ਕਿਹਦਾ ਰਿਜ਼ਲਟ ਕਦੋਂ ਦਿੱਤਾ ਗਿਆ। ਔਰ ਆ ਅਖੀਰ ਦੇ ਵਿੱਚ ਜਿਹੜਾ ਫਾਈਨਲ ਇਹਨਾਂ ਵੱਲੋਂ ਜਿਹੜਾ ਮੰਨਿਆ ਗਿਆ ਵੀ ਅਸੀਂ ਟੋਟਲ ਜਿਹੜੀ ਆ 4410 ਨੌਕਰੀਆਂ ਦੇ ਜਿਹੜੇ ਜੁਆਇਨਿੰਗ ਲੈਟਰ ਦਿੱਤੇ ਆ। ਉਸ ਤੋਂ ਬਾਅਦ ਇਹ 16 ਮਾਰਚ ਬਜਟ ਸੈਸ਼ਨ ਤੱਕ ਦਾ ਆਪਣਾ ਕੀ ਕਹਿੰਦੇ ਡਾਟਾ ਵਾ। ਉਸ ਤੋਂ ਬਾਅਦ ਸ਼ਾਇਦ ਇਹਨਾਂ ਨੇ 400-500 ਨੌਕਰੀ ਦੇ ਹੋਰ ਜੌਬ ਲੈਟਰ ਦਿੱਤੇ ਹੋਣਗੇ, ਲੇਕਿਨ ਇਸ ਤੋਂ ਵੱਧ ਇਹਨਾਂ ਕੋਲ ਕੋਈ ਡਾਟਾ ਜਾਂ ਡਾਕੂਮੈਂਟ ਨਹੀਂ। ਸੋ ਫਿਰ ਸਾਡੀ ਇਹ ਵੀ ਬੇਨਤੀ ਆ ਤੁਹਾਨੂੰ ਵੀ ਆ ਜਿਹੜੇ ਰੋਜ਼ 29,000 ਦੇ ਜਿਹੜੇ ਦਾਅਵੇ ਕਰਦੇ ਆ, ਇਹਨਾਂ ਨੂੰ ਪੰਜਾਬ ਯੂਥ ਕਾਂਗਰਸ ਵੀ ਇਹਨਾਂ ਬੋਰਡਾਂ ਦੇ ਉੱਤੇ ਝੂਠ ਲਿਖੂਗੀ ਔਰ ਇਹਨਾਂ ਦਾ ਜਾ ਕੇ ਲੋਕਾਂ ਵਿੱਚ ਇਸ ਚੀਜ਼ ਨੂੰ ਦਰਸਾਊਗੀ ਵੀ ਕਿੰਨਾ ਝੂਠ ਇਹ ਸਰਕਾਰ ਮਾਰਦੀ ਆ, ਕਿੰਨਾ ਜ਼ਿਆਦਾ ਭੰਡ ਪ੍ਰਚਾਰ ਕਰਦੇ ਆ ਔਰ ਸਿਰਫ ਇੱਕ ਇਵੈਂਟ ਮੈਨੇਜਮੈਂਟ ਦੀ ਸਰਕਾਰ ਕਰਦੇ ਆ। 29,000 ਨੂੰ ਕਿਹੜੇ ਪੰਜਾਬ ਦੇ ਨੌਜਵਾਨ ਨੇ ਜਾ ਕੇ ਵੇਖਣਾ ਵੀ 29,000 ਨੌਕਰੀ ਮਿਲੀ ਕਿ ਨਹੀਂ ਮਿਲੀ? ਉਹਨਾਂ ਨੇ ਤਾਂ ਕਹਿਣਾ ਮੁੱਖ ਮੰਤਰੀ ਬੋਲ ਰਿਹਾ ਵਾਕਿਆ 29,000 ਨੌਕਰੀ ਮਿਲੀ ਹੋਊਗੀ, ਲੇਕਿਨ ਅਸਲ ਸਰਕਾਰ ਦੀ ਇਹ ਸੱਚਾਈ ਆ ਵੀ 230 ਨੌਕਰੀਆਂ ਇਹ ਜਦ ਤੋਂ ਇਹ ਆਏ ਆ ਜਿਨ੍ਹਾਂ ਨੂੰ ਨੋਟੀਫਾਈ ਕੀਤਾ ਗਿਆ, ਜਿਨ੍ਹਾਂ ਦਾ ਪੇਪਰ ਲਿੱਤਾ ਗਿਆ ਔਰ ਜਿਨ੍ਹਾਂ ਦਾ ਰਿਜ਼ਲਟ ਡਿਕਲੇਅਰ ਕੀਤਾ ਗਿਆ। ਔਰ ਇਸ ਤੋਂ ਬਾਅਦ ਅਸੀਂ ਇੱਕ ਹੋਰ ਮੁੱਦਾ ਤੁਹਾਡੇ ਰਾਹੀਂ ਸੀਰੀਅਸ ਇਸ਼ੂ ਆ PPSC ਵੱਲੋਂ ਜਦੋਂ ਵੀ ਕੋਈ ਪੇਪਰ ਦਿੱਤਾ ਜਾਂਦਾ ਉਹਨਾਂ ਦਾ ਇੱਕ ਸਾਲ ਵਾਸਤੇ ਰਿਜ਼ਲਟ ਨਹੀਂ ਹੋਲਡ ਕੀਤਾ ਜਾਂਦਾ। ਅੱਜ ਸਾਰੇ ਪਾਸੇ ਰਿਜ਼ਲਟ ਹੋਲਡ ਕੀਤੇ ਜਾ ਰਹੇ। UPSC ਦਾ ਇੱਕ ਪੈਟਰਨ ਆ, ਤੁਹਾਡਾ ਡੇਟ ਕਿੱਦਣ ਨੋਟੀਫਾਈ ਹੋਊਗੀ
पेपर किदन होऊगा, रिजल्ट किदन आऊगा, ਉਹਦਾ ਸਾਰਾ ਇੱਕ ਸੰਖੇਪ ਵਿੱਚ ਦਿੱਤਾ ਜਾਂਦਾ। ਲੇਕਿਨ ਇੱਥੇ ਕੋਈ ਰੱਬ ਰਾਖਾ ਹੀ ਆ। ਨੌਜਵਾਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੇਪਰ ਦਿੱਤੇ ਹੋਏ ਆ, ਵੀ ਪਤਾ ਨਹੀਂ ਹੁਣ ਕਦੋਂ ਕਿੱਥੋਂ ਕਦੋਂ ਰਿਜ਼ਲਟ ਆਣਾ। ਸੋ ਜਿਹੜੇ ਭਗਵੰਤ ਮਾਨ ਸਾਹਿਬ ਆ ਮੁੱਖ ਮੰਤਰੀ ਪੰਜਾਬ, ਇਸ ਗੱਲ ਦਾ ਸਪਸ਼ਟੀਕਰਨ ਆਪਣੇ ਸਪੋਕਸਪਰਸਨ ਤਾਂ ਹੀ ਦੇਣਾ ਚਾਹੁੰਦੇ ਆ, ਆਪ ਦੇਣਾ ਚਾਹੁੰਦੇ ਆ, ਪੰਜਾਬ ਸਰਕਾਰ ਦੇਣਾ ਚਾਹੁੰਦੀ ਆ, ਅਮਨ ਅਰੋੜਾ ਜੀ ਦੇਣਾ ਚਾਹੁੰਦੇ ਆ। ਇਹਨਾਂ ਦੇ ਕਿਹੜੇ ਅਫਸਰ ਆ ਜਿਹੜੇ ਇਸ ਚੀਜ਼ ਦਾ ਜਵਾਬ ਦੇਣਗੇ ਵੀ 230 ਨੌਕਰੀਆਂ ਵਰਸਸ 29,000 ਨੌਕਰੀਆਂ। ਅਸਲ ਵਿੱਚ 230 ਨੌਕਰੀਆਂ ਔਰ ਬੋਰਡਾਂ 'ਤੇ 29,000 ਨੌਕਰੀਆਂ। ਜੁਆਇਨਿੰਗ ਲੈਟਰ ਮਿਲੇ ਮੁਸ਼ਕਿਲ ਨਾਲ 5400 ਅਤੇ ਫਿਰ 29,000 ਨੌਕਰੀ ਦਾ ਪ੍ਰਚਾਰ ਕਿਉਂ? ਇਹ ਸਾਡਾ ਸਵਾਲ ਰਹੂਗਾ। ਇਹਨਾਂ ਨੂੰ ਇਹਦਾ ਡਾਟਾ ਅਸੀਂ ਕਲੈਰਿਟੀ ਨਾਲ ਤੁਹਾਨੂੰ ਦਿੱਤਾ ਵਾ। ਤੁਸੀਂ ਵੀ ਇਹਦੇ ਬਾਰੇ ਉਮੀਦ ਕਰਦੇ ਹਾਂ ਜਦੋਂ ਇਹਨਾਂ ਤੋਂ ਕਿਤੇ ਮਿਲੋਗੇ ਤਾਂ ਜ਼ਰੂਰ ਪੁੱਛੋਗੇ ਵੀ 29,000 ਨੌਕਰੀਆਂ ਦਾ ਡਿਸਕ੍ਰਿਪਸ਼ਨ ਦੇ ਦੇਣ ਵੀ ਕਦੋਂ ਨੌਕਰੀ ਨੋਟੀਫਾਈ ਹੋਈ। ਹੁਣ ਤੁਸੀਂ ਜਿਹੜੀਆਂ ਕਾਂਗਰਸ ਪਾਰਟੀ ਦੀ ਦਿੱਤੀਆਂ ਹੋਈਆਂ ਨੌਕਰੀਆਂ ਜਿਹੜੀਆਂ ਨੋਟੀਫਾਈ ਹੋਈਆਂ, ਰਿਜ਼ਲਟ ਆਏ, ਫਾਈਨੈਂਸ ਡਿਪਾਰਟਮੈਂਟ ਤੋਂ ਅਪਰੂਵਲ ਹੋਏ, ਉਹ ਆਪਣੇ ਵਿੱਚ ਨਾ ਕਰੋ। ਸੋ ਇਹ ਸਾਡਾ ਇਸ ਚੀਜ਼ ਦਾ ਮੁੱਦਾ ਸੀ। ਇਹਦੇ ਨਾਲ ਨਾਲ ਇੱਕ ਹੋਰ ਅਸੀਂ ਜਿਹੜਾ ਇਹ ਮੁੱਦੇ ਨੂੰ ਨਾਲ ਕਿਵੇਂ ਮਤਲਬ ਜਿਹੜੀ ਦੇਸ਼ ਦੀ ਪ੍ਰੋਬਲਮ ਆ ਨੌਕਰੀਆਂ ਦੀ, ਉਹਦੇ ਕਰਕੇ ਇੰਡੀਅਨ ਯੂਥ ਕਾਂਗਰਸ ਇੱਕ ਕੈਂਪੇਨ ਲਾਂਚ ਕਰਨ ਜਾ ਰਹੀ ਆ, ਬਿਹਤਰ ਭਾਰਤ ਕੀ ਬੁਨਿਆਦ। ਇਹ ਪ੍ਰੋਗਰਾਮ ਜਿਹੜਾ ਵਾ 10, 11, 12 ਨੂੰ ਬੰਗਲੌਰ ਦੇ ਵਿੱਚ ਹੋ ਰਿਹਾ, ਜਿੱਥੇ ਬੁਨਿਆਦ ਇਹਦੇ ਬਾਰੇ ਅਜੇ ਚਿਕਾਰਾ ਜੀ ਤੁਹਾਨੂੰ ਦੱਸਣਗੇ ਵੀ ਇਹ ਪ੍ਰੋਗਰਾਮ ਕਿਵੇਂ ਇੱਕ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਪ੍ਰੋਗਰਾਮ ਆ। ਔਰ ਇਹ ਅੱਜ ਤੱਕ ਕਾਂਗਰਸ ਪਾਰਟੀ ਵਿੱਚ ਛੱਡੋ ਕਿਸੇ ਵੀ ਪਾਰਟੀ ਨੇ ਇਸ ਤਰੀਕੇ ਦਾ ਪ੍ਰੋਗਰਾਮ ਨਹੀਂ ਕੀਤਾ। ਇਹਦੇ ਬਾਰੇ ਅਜੇ ਚਿਕਾਰਾ ਜੀ ਦੱਸਣਗੇ। सभी प्रेस के साथियों का धन्यवाद। जैसा कि अभी बरिंदर ढिल्लों जी ने बताया, जो इश्यूज़ हैं यूथ के, उन इश्यूज़ को उठाने की बात और उन पे आगे के क्या कदम होने चाहिए, उसको लेके ही इंडियन यूथ कांग्रेस 10, 11, 12 जुलाई 3 दिन का यूथ कांग्रेस का और किसी भी यूथ ऑर्गेनाइजेशन का अब तक का सबसे बड़ा कन्वेंशन जो बेंगलोर में रहेगा। पूरे हिंदुस्तान के सब स्टेट से वहाँ पे डेलीगेट्स यूथ कांग्रेस के पहुँचेंगे, रिसोर्सफुल स्पीकर्स रहेंगे। और क्योंकि आप सबको पता है कि लोकसभा चुनाव में अब 1 साल से भी कम समय का समय रहा है, तो इस हिंदुस्तान के अंदर युवाओं के क्या मुद्दे हैं उनको लेके वहाँ पर डिस्कशन होगा, उसका रोड मैप तैयार होगा और किस तरीके से इस देश के युवा को रोजगार मिल सके, इस देश में लोकतंत्र की बहाली हो सके, आपस में सबका प्यार से सब रह सकें, इन मुद्दों को लेके हमारा 3 दिन का राष्ट्रीय अधिवेशन है। और इस अधिवेशन के माध्यम से ही यूथ कांग्रेस की आने वाली इस सोसाइटी के प्रति, पॉलिटिकल डेमोक्रेसी के प्रति क्या जवाबदेही होगी और क्या हमारे कार्यक्रम होंगे, और जो ये इश्यूज़ जैसे अभी पंजाब में फेक प्रोमिसेस का जो जॉब्स का निकल के आया, इन इश्यूज़ को रिजोल्व कराने के लिए या युवाओं की आवाज़ उठाने के लिए ये कन्वेंशन एक प्लेटफॉर्म बनेगा। इसकी डे टू डे एक्टिविटीज़ अपडेट्स हमारे सोशल मीडिया के हैंडल्स और बरिंदर ढिल्लों जी के थ्रू आप लोगों तक आती रहेंगी। उससे पहले पंजाब के हर ज़िले में भी ये प्रोग्राम रहेगा। इसी के साथ बेहतर भारत बुनियाद चैलेंज एक ऐप भी यूथ कांग्रेस की है, जिसके माध्यम से युवा कांग्रेस के साथियों की बातें और वो साथी पंजाब के भी
साथियों के पास जाएंगे, उनके सजेशंस, उनके फीडबैक कलेक्ट करके, ताकि ये सिर्फ एक राजनीतिक सम्मेलन ना होके हिंदुस्तान का हर युवा ये अपनी आवाज़ को उस कन्वेंशन में शामिल करा पाए, ताकि उसका मुद्दा उठाया जा सके, उसकी आवाज़ इस देश की, केंद्र की और प्रदेशों की जो सरकारें हैं जो युवा के मुद्दे पर रिएक्शन देना बंद कर चुकी हैं, उनके कान खोले जा सकें। धन्यवाद। ਇਹਦੇ ਵਿੱਚ ਅਸੀਂ ਇੱਕ ਜਿਹੜਾ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਅਨੋਖੀ ਚੀਜ਼ ਜਿਹੜੀ ਕੀਤੀ ਜਾ ਰਹੀ ਆ, ਤੁਸੀਂ ਅਗਰ ਐਪ ਵੇਖੋਗੇ, ਬਿਹਤਰ ਭਾਰਤ ਐਪ ਆ, ਤੁਸੀਂ ਸਾਰੇ ਡਾਊਨਲੋਡ ਕਰ ਸਕਦੇ ਹੋ। ਆਮ ਬੰਦੇ ਤੋਂ 100-200 ਰੁਪਇਆ ਜਿਹੜਾ ਇਹ ਐਪ ਡਾਊਨਲੋਡ ਕਰੂਗਾ, ਉਹ 100-200 300 400 500 ਰੁਪਈਆ ਇਸ ਚੈਲੰਜ ਵਿੱਚ ਦਊਗਾ, ਜਿਹਦੇ ਨਾਲ ਆਮ ਬੰਦਾ ਜਿਹੜਾ ਅੱਜ ਤੱਕ ਅਡਾਨੀ ਅੰਬਾਨੀ ਜਿਹੜੇ ਸਰਕਾਰਾਂ ਨੂੰ ਫਾਈਨੈਂਸ ਕਰਦੇ ਰਹੇ ਆ, ਇਹ ਜਿਹੜੀ ਬਿਹਤਰ ਭਾਰਤ ਦੀ ਬੁਨਿਆਦ ਆ, ਜਿਹੜੀ ਇਲੈਕਸ਼ਨ ਦੀ ਜਿਹੜੀ ਚੀਜ਼ ਆ, ਉਹ ਆਮ ਬੰਦਿਆਂ ਦੀ ਕਰਾਊਡ ਫੰਡਿੰਗ ਤੋਂ ਹੋਊਗੀ। ਔਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਵਾਂ, ਅੱਜ ਤੱਕ ਦੀ ਜਿਹੜੀ ਕਲੈਕਸ਼ਨ ਆ, ਇਹ 28,25,344 ਰੁਪਏ ਇਹ ਸਾਰੇ ਦੇਸ਼ 'ਚੋਂ ਕਾਂਗਰਸ ਪਾਰਟੀ ਦੇ ਆਮ ਨੌਜਵਾਨਾਂ ਨੇ 100 200 ਰੁਪਇਆ 2-2 ਪਾ ਕੇ ਇਕੱਠਾ ਕੀਤਾ ਵਾ। ਹਾਂਜੀ, ਬਿਹਤਰ ਭਾਰਤ ਕੀ ਬੁਨਿਆਦ, ਤੁਸੀਂ ਬਿਹਤਰ ਭਾਰਤ ਬੁਨਿਆਦ ਚੈਲੰਜ, ਤੁਸੀਂ ਬਿਹਤਰ ਭਾਰਤ ਭਰੋਗੇ, ਉਹਦੇ ਵਿੱਚ ਆ ਜਾਊਗਾ। ਔਰ ਇਹਦੇ ਵਿੱਚ ਤੁਸੀਂ ਇਹ ਵੇਖੋਗੇ ਲੀਡਰ ਬੋਰਡ ਹੈਗਾ ਵਾ, ਜਿੰਨੇ ਕਿੰਨੇ ਪੈਸੇ ਦਿੱਤੇ, ਕਿੰਨੀਆਂ ਟ੍ਰਾਂਜੈਕਸ਼ਨਾਂ ਹੋਈਆਂ, ਟ੍ਰਾਂਸਪੇਰੈਂਸੀ ਆ, ਹਰ ਜ਼ਿਲ੍ਹੇ ਵਾਈਜ਼ ਰਿਪੋਰਟ ਆ। ਆ ਦੇਖੋ ਟੌਪ ਡਿਸਟ੍ਰਿਕਟ ਜਿਵੇਂ ਆ, ਸਾਊਥ ਮੁੰਬਈ 'ਚੋਂ 2 ਲੱਖ ਰੁਪਇਆ ਇਕੱਠਾ ਹੋਇਆ। ਹਰ ਸਟੇਟ ਦਾ ਆਪਣਾ ਹੈਗਾ, ਜਿਵੇਂ ਪੰਜਾਬ ਦੇ ਵਿੱਚੋਂ ਅਗਰ ਤੁਸੀਂ ਜਾਓਗੇ ਤੇ 45,000 ਰੁਪਇਆ ਇਕੱਠਾ ਹੋਇਆ, 28 ਲੱਖ ਰੁਪਇਆ ਹਾਲ ਤੱਕ ਇਕੱਠਾ ਹੋ ਚੁੱਕਾ। ਔਰ ਇਹ ਜਿਹੜਾ ਸਾਡਾ ਟਾਰਗੇਟ ਆ, ਕਿਉਂਕਿ ਦੇਖੋ ਅਕਸਰ ਰਾਜਨੀਤੀ ਵਿੱਚ ਜਿਹੜੀ ਕਰਪਸ਼ਨ ਕੀਤੀ ਜਾਂਦੀ ਆ, ਉਹ ਇਲੈਕਸ਼ਨਾਂ ਦੇ ਟਾਈਮ ਜਿਹੜਾ ਫਾਈਨੈਂਸ ਹੁੰਦਾ ਵਾ, ਇੱਕ ਵਿਧਾਨ ਸਭਾ ਇੱਕ ਲੋਕ ਸਭਾ ਦਾ ਜੋ ਖਰਚਾ ਹੁੰਦਾ ਵਾ, ਜੋ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤਾ ਜਾਂਦਾ, ਉਸ ਤੋਂ ਵੱਧ ਕੇ ਬੜੀ ਵਾਰੇ, ਭਾਵੇਂ ਰਿਪੋਰਟ ਹੋਵੇ ਨਾ ਹੋਵੇ, ਭਾਵੇਂ ਕੋਈ ਮੰਨੇ ਨਾ ਮੰਨੇ, ਲੇਕਿਨ ਬਹੁਤ ਜ਼ਿਆਦਾ ਖਰਚਾ ਹੁੰਦਾ ਵਾ। ਔਰ ਇਸ ਕਰਕੇ ਉਹ ਲੋਕਾਂ ਨੂੰ ਕੌਣ ਫਾਈਨੈਂਸ ਕਰਦਾ ਵਾ? ਇਸ ਕਰਕੇ ਕਿਉਂਕਿ ਉਹ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਫਾਈਨੈਂਸ ਲੈਂਦੇ ਹੋ ਤਾਂ ਫਿਰ ਬਾਅਦ ਵਿੱਚ ਸਰਕਾਰ ਵਿੱਚ ਆ ਕੇ ਤੁਸੀਂ ਉਹਨਾਂ ਦਾ ਕੰਮ ਕਰਦੇ ਹੋ। ਇਸ ਕਰਕੇ ਸਾਡੀ ਕਾਂਗਰਸ ਪਾਰਟੀ ਜੋ ਅਡਾਨੀ ਅੰਬਾਨੀ ਦੇ ਖਿਲਾਫ ਬੜੇ ਲੰਬੇ ਸਮੇਂ ਤੋਂ ਰਾਹੁਲ ਗਾਂਧੀ ਜੀ ਇਸ ਚੀਜ਼ ਨੂੰ ਕਾਰਪੋਰੇਟ ਕਰਪਸ਼ਨ ਦੇ ਖਿਲਾਫ ਲੜਦੇ ਆਏ ਆ, ਅੱਜ ਉਹਨਾਂ ਨੂੰ ਕਰਾਊਡ ਫੰਡਿੰਗ ਦਾ ਇੱਕ ਯੂਥ ਕਾਂਗਰਸ ਨੇ ਵੀ ਇਹ ਉਪਰਾਲਾ ਲਿੱਤਾ। ਔਰ ਸਾਨੂੰ ਵੀ ਪਤਾ ਚੱਲੂਗਾ ਵੀ ਵਾਕਈ ਕਿਹੜੇ ਲੋਕ ਵਾਕਈ ਬਿਹਤਰ ਭਾਰਤ ਦੀ ਬੁਨਿਆਦ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਆ, ਔਰ ਵਾਕਈ ਉਹ ਭਾਰਤ ਦੇ ਭਲੇ ਵਾਸਤੇ, ਦੇਸ਼ ਦੇ ਭਲੇ ਵਾਸਤੇ ਆਪਣੇ ਆਪ ਦੇ ਨਾਲ ਖੂਨ ਪਸੀਨੇ ਦੀ ਕਮਾਈ 'ਚੋਂ ਕੁਝ ਕੰਟਰੀਬਿਊਸ਼ਨ ਕਰਨਗੇ। ਧੰਨਵਾਦ ਜੀ। ਤੁਹਾਡਾ ਕੋਈ ਸਵਾਲ ਨੌਕਰੀਆਂ ਦੇ ਮੁੱਦੇ ਤੇ ਲੈ ਕੇ? ਦੇਖੋ ਜਿੱਥੇ ਇਹਨਾਂ ਦੇ ਫਲੈਕਸ ਲੱਗੇ ਹੋਣਗੇ, ਐਟਲੀਸਟ ਉੱਥੇ 29,000 ਕੱਟ ਕੇ ਅਸੀਂ 230 ਕਰ ਦਾਂਗੇ। ਜਿੱਥੇ ਵੀ ਪੰਜਾਬ 'ਚ ਇਹਨਾਂ ਦਾ 29,000 ਦਾ ਫਲੈਕਸ ਲੱਗੂਗਾ, ਅਸੀਂ ਕੋਈ ਪਬਲਿਕ ਪ੍ਰਾਪਰਟੀ ਨਹੀਂ ਡਿਫੇਸ ਕਰਨਾ ਚਾਹੁੰਦੇ। ਕਿਉਂਕਿ ਅੱਜ ਮੈਂ ਜਦੋਂ ਆ ਰਿਹਾ ਸੀਗਾ, ਮੈਂ ਤੁਹਾਨੂੰ ਫਿਰ ਵਿਖਾਉਂਦਾ, ਅਸੀਂ ਇਹ ਕੋਈ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਅਗਰ ਵੇਖੋਗੇ, ਆਹ ਵੇਖੋ, ਆਹ ਹਰ ਜਗ੍ਹਾ 29,000 ਦੇ ਬੋਰਡ ਲਾਏ ਹੋਏ, ਜਿੱਥੇ ਤੁਸੀਂ ਵੇਖੋਗੇ 29,000 ਦਾ ਬੋਰਡ ਲੱਗਾ। ਸੋ ਜਿੱਥੇ ਵੀ ਇਹ ਬੋਰਡ ਸਾਨੂੰ ਦਿਖੂਗਾ, ਅਸੀਂ ਉੱਥੇ ਜਾ ਕੇ 29,000 ਕੱਟ ਕੇ 230 ਨੌਕਰੀਆਂ ਜਾਂ ਜਿੰਨੀਆਂ ਨੌਕਰੀਆਂ ਇਹ ਸਰਕਾਰ ਦੱਸ ਦੇ, ਸਰਕਾਰ ਕਹਿੰਦੇ 29,000 ਅਸੀਂ ਮੰਨ ਲਾਂਗੇ, ਹਰ ਜਗ੍ਹਾ ਜਾ ਕੇ ਬੋਰਡ ਤੇ ਅਸੀਂ ਅਸਲੀ ਨੌਕਰੀ ਜਿਹੜੀ ਆ ਉਹ ਲਿਖਿਆ ਕਰਾਂਗੇ ਵੀ ਭਾਈ ਇਹ 29,000 ਝੂਠ ਆ, ਇਹ 230 ਆ, ਇਹ 230 ਨੌਕਰੀਆਂ ਵਾ, ਇਹੀ ਅਸੀਂ ਹਰ ਬੋਰਡ ਦੇ ਉੱਤੇ ਜਾ ਕੇ ਸੱਚਾਈ ਲਿਖਾਂਗੇ। ਔਰ ਅਗਰ ਇਹਦੇ ਵਾਸਤੇ ਸਾਨੂੰ ਪਰਚਾ ਕਰਦੇ ਆ ਸਾਡੇ ਤੇ ਪਬਲਿਕ ਡਿਫੇਸਮੈਂਟ, ਤੇ ਕੋਈ ਗੱਲ ਨਹੀਂ, ਸੱਚ ਲਿਖਣ ਵਾਸਤੇ ਜਿਹੜਾ ਵੀ ਕੋਈ ਪਰਚਾ ਸਾਡੀ ਤੇ ਕਰਨਗੇ, ਅਸੀਂ ਉਹ ਵੀ ਭੁਗਤਣ ਨੂੰ ਤਿਆਰ ਬੈਠੇ। ਕਾਂਗਰਸ ਦੇ ਟਾਈਮ ਦੇ ਵਿੱਚ ਜਿਹੜੀਆਂ ਨੌਕਰੀਆਂ ਸੀ, ਉਹ ਤਾਂ ਬਿਲਕੁਲ ਅਸੀਂ ਉਹਦੇ ਦਾ ਤਾਂ ਅਸੀਂ ਹਾਲੇ ਮਤਲਬ ਜਾ ਹੀ ਨਹੀਂ ਰਹੇ। ਹਾਲੇ ਕਿ ਜਿਹੜੀਆਂ ਅਗਲੀਆਂ ਚਿੱਠੀਆਂ ਦਿੱਤੀਆਂ ਪਿੱਛੇ, ਜੇ ਮੈਂ ਵੇਖ ਰਿਹਾ ਸੀਗਾ ਵਾਟਰ ਸਪਲਾਈ ਦੀਆਂ ਚਿੱਠੀਆਂ ਦਿੱਤੀਆਂ, ਉਹਦੇ ਵਿੱਚ ਵੀ ਉਹ ਕਾਂਗਰਸ ਦੀਆਂ ਦਿੱਤੀਆਂ ਹੋਈਆਂ ਨੌਕਰੀਆਂ ਆਪਣੇ ਵਿੱਚ ਐਡ ਕਰ ਲੈਣ ਤਾਂ ਵੀ ਕੋਈ ਹਰਜ ਨਹੀਂ। ਲੇਕਿਨ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਆ, ਤੁਸੀਂ ਨੌਕਰੀਆਂ ਨੂੰ ਕਿਹਨੂੰ ਮੰਨੋਗੇ? ਜਦੋਂ ਤੁਹਾਡੀ ਸਰਕਾਰ ਆਉਂਦੀ ਹੈ ਉਦੋਂ ਤੁਸੀਂ ਕਿਹੜੀ ਨੌਕਰੀ ਨੋਟੀਫਾਈ ਕਰਦੇ ਹੋ? ਉਹਨੂੰ ਹੀ ਮੰਨਾਂਗੇ ਨਾ।
ਇਹ ਤਾਂ ਨਹੀਂ ਵੀ ਪਿਛਲੀ ਸਰਕਾਰ ਨੇ ਪੇਪਰ ਲਿੱਤਾ ਹੋਇਆ, ਪਿਛਲੀ ਸਰਕਾਰ ਨੇ ਰਿਜ਼ਲਟ ਰੱਖਿਆ ਹੋਇਆ ਤੇ ਤੁਸੀਂ ਉਹਨੂੰ ਆਪਣੇ ਉਹਦੇ ਵਿੱਚ ਜੋੜ ਲਓਗੇ। ਅਗਰ ਉਹ ਵੀ ਜੋੜ ਲੈਣਗੇ ਨਾ ਤਾਂ ਵੀ 29,000 ਨੌਕਰੀ ਨਹੀਂ ਹੁੰਦੀ, ਤਾਂ ਵੀ ਜਿਹੜੀ ਨੌਕਰੀ ਆ 29,000 ਨਹੀਂ ਹੁੰਦੀ। ਸੋ ਇਸ ਕਰਕੇ ਟੋਟਲ ਝੂਠ, ਟੋਟਲ ਮਤਲਬ ਇੱਕ ਤਰ੍ਹਾਂ ਤੋਂ ਕਹਿੰਦੇ ਆ ਜਿਹੜਾ ਭੰਡਣ ਵਾਲਾ ਕੰਮ ਹੁੰਦਾ ਵਾ ਉਹੀ ਚੱਲ ਰਿਹਾ ਵਾ। ਅਫਸੋਸ ਦੀ ਗੱਲ, ਪੰਜਾਬ ਦੇ ਵਿੱਚ ਮੇਨ ਮੁੱਦਿਆਂ ਨੂੰ ਛੱਡ ਕੇ ਭਗਵੰਤ ਮਾਨ ਨੌਕਰੀਆਂ ਦੇ ਉੱਤੇ ਗੱਲ ਕਰੇ, ਜਿਹੜੇ ਹਰ ਸੂਬੇ ਜਾ ਕੇ ਝੂਠਾ ਪ੍ਰਚਾਰ ਕਰੀ ਜਾਂਦੇ 29,000 ਦਿੱਤੀ, 29,000 ਦੱਸੋ ਕਿੱਥੇ ਦਿੱਤੀ? ਦੱਸੋ ਤੁਸੀਂ ਕਿਹੜੇ 29,000 ਨੌਜਵਾਨ ਅੱਜ ਪੰਜਾਬ ਦਾ ਜਿਹਨੂੰ ਤੁਸੀਂ ਨੌਕਰੀ ਦਿੱਤੀ ਆ, ਜਿਹਦਾ ਤੁਸੀਂ ਪੇਪਰ ਲਿੱਤਾ, ਜਿਹਦਾ ਤੁਸੀਂ ਨੋਟੀਫਾਈ ਕੀਤਾ, ਜਿਹਦਾ ਤੁਸੀਂ ਐਗਜ਼ਾਮ ਕੰਡਕਟ ਕੀਤਾ, ਜਾਂ ਤੁਸੀਂ ਪਿਛਲੀ ਸਰਕਾਰ ਚੋਂ ਲਿਆ ਕੇ ਡਾਟਾ ਸਿਰਫ ਦੂਜੀਆਂ ਸਰਕਾਰਾਂ ਜਾ ਕੇ ਫੱਜ ਕਰਨਾ ਵਾ। ਸੋ ਭਗਵੰਤ ਮਾਨ ਤਾਂ ਹੀ ਵਿਧਾਨ ਸਭਾ 'ਚ ਵੀ ਕਦੀ ਕਿਸੇ ਦੇ ਰੂਪ ਦੇ ਉੱਤੇ ਟਿੱਪਣੀ ਕਰ ਦਿੰਦੇ ਆ, ਕਦੀ ਕਿਸੇ ਦੇ ਪਰਸਨਲ ਕਰੈਕਟਰ ਦੇ ਉੱਤੇ ਚਲੇ ਜਾਂਦੇ ਆ, ਔਰ ਇਹ ਮੁੱਦਿਆਂ ਨਾ ਲੋਕਾਂ ਵਿੱਚ ਸਾਹਮਣੇ ਆਉਣ, ਇਸ ਕਰਕੇ ਇਹੋ ਜਿਹਾ ਪ੍ਰਚਾਰ ਕਰਦੇ ਆ। ਅਫਸੋਸ ਦੀ ਗੱਲ, ਪੰਜਾਬ ਵੀ ਰੀਲਾਂ ਤੱਕ ਸੀਮਤ ਰਹਿ ਰਿਹਾ। ਪੰਜਾਬ ਦੇ ਵਿੱਚ ਵੀ ਅਗਰ ਆਪਾਂ ਕਹੀਏ ਨੌਜਵਾਨ ਜਿਹੜਾ ਵਾ ਉਹ ਰੀਲਾਂ 'ਚ ਜ਼ਿਆਦਾ ਇੰਟਰਸਟਡ ਆ, ਹਾਰਡ ਫੈਕਟਸ ਔਰ ਡਾਟਾ ਦੇ ਵਿੱਚ ਸ਼ਾਇਦ ਪੰਜਾਬ ਦਾ ਨੌਜਵਾਨ ਵੀ ਅੱਜ ਕਿਤੇ ਨਾ ਕਿਤੇ ਪਿੱਛੇ ਰਹਿ ਰਿਹਾ। सर आपसे सवाल है, आज बीजेपी ब्लैक डे मना रही है, 1975 में फांसी लगी, इसमें क्या रहेगा? देखिए, बीजेपी का जो 10 साल का ऑलमोस्ट जो होने को आया है वो अपने आप में ही एक ब्लैक डे रहा है। अगर डेमोक्रेसी की बात बीजेपी ना ही करे तो ठीक है, किस तरीके से इलेक्टेड गवर्नमेंट्स को खरीद फरोख्त से ईडी सीबीआई के सिस्टम से तोड़ा जा रहा है, तो वो लोग तो कम से कम डेमोक्रेसी या ब्लैक डे और इस तरीके की बात ना करें तो उनको शोभा नहीं देता। चाहे मध्य प्रदेश की सरकार हो, चाहे नॉर्थ ईस्ट की सरकारें हों, कर्नाटक की सरकार हो, राजस्थान में टॉपल करने की कोशिश करी, और आज भी जो उनके खिलाफ आवाज़ उठाता है, सत्यपाल मलिक उन्हीं की सरकार के अपॉइंट किए हुए गवर्नर थे। जब उन्होंने पुलवामा को एक्सपोज किया या किसी भी इशू पे हुए तो उनके घर पे भी सीबीआई ईडी भेज दी। तो उनसे उनका कुछ डिलीवर करने को, क्योंकि इलेक्शन ईयर है तो वापस से अतीत में जा रहे हैं, अपने 10 साल की कोई अचीवमेंट लेके वो पब्लिक के बीच में जाए तो वो ज़्यादा अच्छा होगा। धन्यवाद। ठीक है जी। और जो ऑल पार्टी मीटिंग होने जा रही है, आपसे कुछ होगा हैं? जो भी आपके लीडर कह रही है आप पंजाब में जिस तरह से तंत्र करेंगे? देखिए, स्टेट लीडरशिप का उस पर अपना स्टैंड रहेगा, पंजाब की, दिल्ली की कांग्रेस और सेंट्रल लीडरशिप का डिस्कशन रहेगा। जो यूनाइटेड अपोजिशन की बात हुई थी वो नेशनल लेवल पे और कॉमन मिनिमम प्रोग्राम या एजेंडा जो उनका फिक्स हो उस पे सीनियर कांग्रेस बेहतर तरीके से आपको बता पाए। थैंक यू। थैंक यू।